ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ 27 ਪੌੜੀ 20ਵੀਂ। ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤੀ ਨਾ ਹੋਈ। ਸੋ ਅਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਕਤ ਕਵਣ ਤਿਥ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਤ ਹੋਆ ਆਕਾਰ। ਵੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਆ ਕਾਦੀਆਂ। ਜੇ ਲਿਖਣ ਲੇਖ ਕਰਾਣ ਤਿਥ ਵਾਰ ਨਾ ਜੋਗੀ ਜਾਣੇ। ਰੁੱਤ ਮਹਾ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਇੱਥੇ ਤੱਕ ਆਪਾਂ ਲੈ ਲੈਂਦੇ ਹਾਂ 20ਵੀਂ ਪੌੜੀ ਦੇ 2 ਭਾਗ ਕਰ ਲਈਏ ਆਪਾਂ, ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਵੇ। ਸਤਿਗੁਰੂ ਸਮਝਾਉਂਦੇ ਨੇ ਦੋ ਹੀ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਹੈ, ਲੋਕ ਤੇ ਪਰਲੋਕ, ਝੂਠ ਤੇ ਸੱਚ। ਝੂਠ ਕੀ ਹੈ? ਸੰਸਾਰ, ਕੂੜ ਰਾਜਾ ਕੂੜ ਪਰਜਾ। ਜੋ ਇੱਥੇ ਅਸੀਂ ਕਰਮ ਕਰਦੇ ਹਾਂ ਸਰੀਰ ਕਰਕੇ, ਉਹ ਸਾਰੇ ਸਰੀਰ ਨਾਲ ਸਮਾਪਤ ਹੋ ਜਾਂਦੇ ਨੇ। ਭਗਤੀਆਂ ਵੀ ਧਰਮ ਕਰਮ ਜੋ ਪਖੰਡ ਦਿਸੇ ਜੋ ਕਰਦੇ ਹਾਂ ਅਸੀਂ, ਸਾਰਾ ਪਖੰਡ ਕਿਹਾ ਬਾਣੀ ਨੇ। ਕਦੋਂ ਪਖੰਡ ਹੋ ਜਾਂਦਾ ਹੈ? ਜਦ ਤੱਕ ਸਾਨੂੰ ਪ੍ਰਾਪਤੀ ਨਹੀਂ ਹੁੰਦੀ, ਇਹਦੇ ਨਾਲ ਜੁੜੇ ਰਹਿ ਜਾਂਦੇ ਹਾਂ ਅਸੀਂ, ਸਰੀਰ ਨਾਲ ਜੁੜੇ ਰਹਿ ਜਾਂਦੇ ਹਾਂ। ਧਰਮ ਕਰਮ ਪਖੰਡ ਜੋ ਦਿਸੇ ਜਮ ਜਗਾਤੀ ਲੋਟੇ। ਆਓ ਆਪਣੇ ਤੋਂ ਕਿਵੇਂ ਬਚਣਾ, ਸਤਿਗੁਰਾਂ ਦੀ ਰਹਿਮਤ ਲਈਏ। ਸਤਿਗੁਰ ਕੀ ਸਮਝਾਉਂਦੇ ਆ? ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਸੰਸਾਰੀ ਤੀਰਥਾਂ ਦੀ ਗੱਲ ਕਰਦੇ ਆ, ਸੰਸਾਰੀ ਤਪਾਂ ਦੀ। ਪਿੱਛੇ ਪੜ੍ਹਿਆ ਆਪਾਂ, ਅਸੰਖ ਤਪ ਤਾਓ ਸਰੀਰ ਨੂੰ ਤਪਾਉਂਦੇ ਜੀ, ਜੋ ਕ੍ਰੋਧ ਪੈਦਾ ਹੁੰਦਾ ਹੈ, ਸਾਡਾ ਜੀਵਨ ਨਸ਼ਟ ਹੋ ਜਾਂਦਾ ਹੈ। ਵਿਆਹ ਕਰਕੇ ਦਾਨ ਕੀਤਾ। ਕੀ ਸਮਝਾਉਂਦੇ ਆ ਸਤਿਗੁਰ? ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ। ਕੀ ਮਿਲੂ ਭਾਈ ਤੁਹਾਨੂੰ? ਇਹ 'ਚੋਂ ਹੰਕਾਰ ਮਿਲੂਗਾ। ਜੇ ਗਿਆਨ ਨਾ ਮਿਲਿਆ ਫਿਰ ਹੰਕਾਰ ਹੋਊਗਾ। ਮਨ ਨੂੰ ਹੰਕਾਰ ਨਾ ਹੋਵੇ ਦਾਨ ਕਰਕੇ, ਐਂ ਕਿਵੇਂ ਹੋ ਸਕਦਾ ਹੈ? ਸਤਿਗੁਰਾਂ ਦੇ ਉਪਦੇਸ਼ ਲਈ ਆਪਾਂ ਸੁਖਮਨੀ ਸਾਹਿਬ ਦੇ, ਜੈ ਪ੍ਰਸਾਦ ਕਰੇ ਬਹੁ ਪੁੰਨ ਮਨ 8 ਪਹਿਰ ਕਰ ਤਿਸ ਕਾ ਧਿਆਨ। ਉਹਦਾ ਧਿਆਨ ਰੱਖਣਾ। ਸਾਰਾ ਕੁਛ ਕੁਦਰਤ ਦਾ ਹੈ, ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਦੇਣਾ ਕਿਸੇ ਨੂੰ ਵੀ। ਜੇ ਦੇਣਾ ਇਹ ਦਾਤਾ ਤੇਰਾ ਹੀ ਹੈ, ਫਿਰ ਤਾਂ ਸਾਡਾ ਥੋਂ ਪੈ ਜਾਊਗਾ। ਨਹੀਂ, ਹੰਕਾਰ ਤਾਂ ਹੈ ਹੀ ਆਪਣੇ ਕੋਲ। ਇੱਥੇ ਤੀਰਥਾਂ ਬਾਰੇ ਸਤਿਗੁਰਾਂ ਨੇ ਸਮਝਾਇਆ। ਅੱਗੇ ਕੀ ਸਮਝਾਉਂਦੇ? ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਇਹ ਕਿਹੜਾ ਤੀਰਥ ਆ ਗਿਆ ਭਾਈ? ਇਹ ਆਤਮਾ ਦਾ ਤੀਰਥ ਨਾਵਣ ਜਾਈਏ। ਤੀਰਥ ਨਾਮ ਹੈ। ਇਹ ਆਤਮਾ ਕਦੋਂ ਜਾਊਗੀ ਭਾਈ ਤੀਰਥ ਨੂੰ? ਸੱਚਤਾ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਜੋ ਸੱਚ ਦਾ ਗਿਆਨ ਹੁੰਦਾ ਹੈ, ਫਿਰ ਮਨ ਬੁੱਧੀ ਆਪਦੇ ਤੀਰਥ ਭਾਵ ਦੇਵਲੋਕ ਹਰਿਦੁਆਰ ਇਹ ਚਲੇ ਜਾਂਦੇ ਨੇ, ਆਪਦੇ ਮੂਲ 'ਚ ਲੈ ਹੋ ਜਾਂਦੇ ਨੇ। ਇਹ ਸੰਸਾਰੀ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਇਆ ਸਤਿਗੁਰਾਂ ਨੇ। ਸੁਣਿਆ, ਇਹ ਪਹਿਲੀ ਅਵਸਥਾ ਵਾ ਸੁਣਨ ਦੀ। ਸਾਰੇ ਸੁਣ ਲੈਣ ਕਦੇ ਵੀ ਨਹੀਂ ਹੋ ਸਕਦਾ। ਇਹ ਅਵਸਥਾ ਹੁੰਦੀਆਂ ਨੇ ਆਤਮਾ ਦੀਆਂ, ਜਿਹੜੇ ਸੁਣ ਲੈਂਦੇ ਉਹ ਪਾਰ ਨਿਕਲ ਜਾਣਗੇ। ਫਿਰ ਉਹਨਾਂ ਦਾ ਹੀ ਮਨ ਮੰਨਦਾ ਹੈ। ਦੂਜੀ ਅਵਸਥਾ ਫਿਰ ਮਨ ਕੀਤਾ ਭਾਉ, ਤੀਜੇ ਜਾ ਕੇ ਸਾਡਾ ਪ੍ਰੇਮ ਪੈਂਦਾ। ਫਿਰ ਤੀਜੇ 'ਚ ਮੋਖ ਦੁਆਰਾ ਆਪਾਂ ਨੂੰ ਮੁਕਤੀ ਮਿਲਦੀ ਹੈ, ਪਾਰ ਨਿਕਲ ਜਾਂਦੀ ਹੈ ਜੀਵ ਆਤਮਾ ਧਿਆਨ ਕਰਕੇ। ਅੰਤਰਗਤ ਤੀਰਥ ਮਲ ਨਾ, ਉਹ ਆ ਤੀਰਥ ਆਤਮਾ ਦਾ। ਰਾਮ ਸਰੋਵਰ ਨਹਾਤੇ ਸਭ ਉਤਰੇ ਪਾਪ ਕਵਾਤੇ। ਬਾਹਰਲਾ ਤੀਰਥ ਆ ਸਰੀਰ ਕਰਕੇ, ਉਹ ਆਤਮਾ ਕਰਕੇ। ਉਹ ਕਰਨਾ ਜ਼ਰੂਰੀ ਹੈ। ਉਹਦੀ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਤੀਰਥ ਅੰਤਰਗਤ ਤੀਰਥ ਮਲ ਨਾ, ਉਹ ਧਰੀਬ ਦੁਨੀਆ ਨੂੰ ਚਲੀ ਜਾਂਦੀ ਹੈ ਆਤਮਾ। ਜਿਹਨੇ ਸੁਣੀ ਫਿਰ ਵਿਚਾਰੀ, ਫਿਰ ਮਨ ਮੰਨ ਗਿਆ, ਫਿਰ ਪ੍ਰੇਮ ਪੈਂਦਾ। ਪ੍ਰੇਮ ਉਸ ਚੀਜ਼ ਨਾਲ ਪੈਂਦਾ ਵਾ ਜਿਹੜੀ ਸਾਡੀ ਪਕੜ 'ਚ ਹੋਵੇ, ਜਾਂ ਅੱਖਾਂ ਨੂੰ ਦੇਖੇ ਜਾਂ ਕੰਨਾਂ ਨਾਲ ਸੁਣੇ, ਉਹ ਚੀਜ਼ ਨਾਲ ਸਾਨੂੰ ਪ੍ਰੇਮ ਪੈਂਦਾ। ਜਿਹੜੀ ਕੁਦਰਤ ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ, ਦੀਂਦੀ ਹੀ ਨਹੀਂ ਹੈਗੀ ਅੱਖਾਂ ਨਾਲ, ਉਹ ਨਿਰਾਕਾਰ ਭਾਵ ਆਕਾਰ ਤੋਂ ਰਹਿਤ। ਨਾ ਮਨ ਆਉਂਦਾ ਦੇਖਿਆ ਕਿਸੇ ਨੇ, ਨਾ ਜਾਂਦਾ ਆਤਮਾ ਕਿਸੇ ਨੇ ਨਹੀਂ ਦੇਖੀ, ਫਿਰ ਵੀ ਝੂਠ ਬੋਲੀ ਜਾਂਦੇ ਨੇ। ਕਿਵੇਂ ਪ੍ਰੇਮ ਪਊਗਾ? ਇੱਥੇ ਆਪਾਂ ਨੂੰ ਬਾਣੀ ਦਰਸ਼ਨ ਕਰਾਉਂਦੀ ਹੈ। ਗਿਆਨ ਦਰਸ਼ਨ ਹੈ ਬਾਣੀ ਭਾਈ। ਪਹਿਲਾ ਦਰਸ਼ਨ ਕੀ ਹੈ? ਗਿਆਨ। ਫਿਰ ਨਾਲ ਮੁਕਤੀ, ਉਹ ਆਤਮਾ ਨੇ ਕਰਨਾ ਹੁੰਦਾ, ਉਹ ਤੀਰਥ ਆਤਮਾ ਦਾ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਇਹ 4 ਅਵਸਥਾ ਨੇ ਆਪਾਂ ਨੂੰ ਤੀਰਥ ਤੱਕ ਜਾਣ ਦੀਆਂ। ਜਿਹੜੀ ਬਾਹਰਲੇ ਤੀਰਥ ਨੇ, ਇਹ ਸਰੀਰ ਕਰਕੇ ਨੇ। ਜਿਹੜੇ ਤੀਰਥ ਕਰ ਲੈਂਦੇ ਨੇ, ਫਿਰ ਉਹ ਕੀ ਕਹਿੰਦੇ ਨੇ? ਸਭ ਗੁਣ ਤੇਰੇ ਮੈਂ ਨਾਹੀ ਕੋਈ। ਪਹਿਲਾਂ ਆਪਦੇ ਆਪ ਨੂੰ ਗੁਣਵਾਨ ਮੰਨਦਾ ਹੈ, ਸਰੀਰ ਕਰਕੇ ਪੂਰਨ ਮੰਨਦਾ ਹੈ, ਫਿਰ ਹੰਕਾਰ ਜਿਹਾ ਲੈ ਜਾਂਦਾ ਇਹਦਾ ਜਦੀ।
ਸੱਚ ਦੇ ਗਿਆਨ ਨਾਲ। ਕਹਿੰਦਾ ਦਾਤਾ ਸਾਰੇ ਗੁਣ ਤਾਂ ਤੇਰੇ ਆ, ਪਰ ਬਿਨ ਗੁਣ ਕੀਤੇ ਭਗਤ ਨਾ ਹੋਈ। ਗੁਣ ਤਾਂ ਪੈਦਾ ਭਗਤੀ ਨਾ ਹੋਣੇ ਸੀ, ਉਹ ਭਗਤੀ ਤਾਂ ਕੀਤੀ ਹੀ ਨਹੀਂ ਹੈਗੀ। ਅਸੀਂ ਸਰੀਰ ਕਰਕੇ ਪੂਰਨ ਹੋ ਜਾਂਦੇ, ਗੁਣ ਸਾਡੇ 'ਚ ਕੋਈ ਵੀ ਨਹੀਂ ਹੁੰਦਾ। ਨਾ ਤਾਂ ਭੈ ਤੋਂ ਮੁਕਤ ਹੁੰਦੇ ਹਾਂ, ਨਾ ਨਿਰਵੈਰ ਹੁੰਦੇ ਹਾਂ। ਸੰਸਾਰ ਨਾਲ ਵੈਰ ਵਿਰੋਧ ਵੀ ਓਕਣੀ ਚਲੀ ਜਾਂਦਾ, ਇੱਕ ਦੂਜੇ ਦੀ ਪੂਛਾਂ ਖਿੱਚੀ ਜਾਂਦੇ ਹਾਂ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ, ਜੀਵਨ ਵਾਰ-ਵਾਰ ਨਹੀਂ ਮਿਲਦਾ ਹੈਗਾ। ਸਭ ਗੁਣ ਤੇਰੇ ਮੈਂ ਨਾਹੀਂ ਕੋਈ, ਬਿਨ ਗੁਣ ਕੀਤੇ ਭਗਤੀ ਨਾ ਹੋਈ। ਇਹ ਭਗਤੀ ਨਹੀਂ ਹੁੰਦੀ ਭਾਈ ਗੁਣਾਂ ਤੋਂ ਬਿਨਾਂ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਹੜੇ ਮੁਖ ਦੁਆਰ ਭਾਵ ਹਰਿਦੁਆਰ ਚਲੇ ਜਾਂਦੇ ਆ, ਉਸ ਅਵਸਥਾ 'ਚ ਜਾ ਕੇ ਅੱਗੇ ਸਤਿਗੁਰ ਸਮਝਾਉਂਦੇ ਆ, ਸੋ ਅਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਮਨ ਬੁੱਧੀ ਸੂਝਵਾਨ ਹੋ ਕੇ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਉਸ ਅਵਸਥਾ 'ਚ ਜਾ ਕੇ ਅਸਤ ਹੋ ਜਾਂਦਾ ਹੈ ਮਨ। ਜਿਵੇਂ ਆਪਾਂ ਪਾ ਕੇ ਆਉਂਦੇ ਹਾਂ ਫੁੱਲ ਬਾਹਰ ਸਰੀਰ ਦੇ, ਨਹੀਂ ਭਾਈ, ਇਹ ਮਨ ਬੁੱਧੀ ਫੁੱਲ ਹੈ। ਇਹ ਹਰਿਦੁਆਰ ਪਾਉਣੇ, ਇਹ ਆਪਾਂ ਨੂੰ ਆਪ ਹੀ ਪਾਉਣੇ ਪੈਣੇ ਆ। ਸੋ ਅਸਤ ਮਨ ਦਾ ਅਸਤ ਹੋ ਜਾਣਾ, ਛੁਪ ਜਾਣਾ, ਖਤਮ ਹੋ ਜਾਣਾ, ਮਨ ਦੀ ਹੋਂਦ ਖਤਮ ਹੋ ਜਾਣੀ। ਫਿਰ ਜੋ ਤੀਰਥ ਨੂੰ ਜਾਵਾਂਗੇ ਫਿਰ ਹੀ ਹੋ ਖਤਮ ਭਾਈ। ਤੀਰਥ ਨਾਵਣ ਜਾਈਏ, ਤੀਰਥ ਨਾਮ ਹੈ। ਸੋ ਅਸਤ ਆਤ, ਆਤ ਤੋਂ ਭਾਵ ਧਨ, ਬਾਣੀ ਬ੍ਰਹਮ, ਬਾਣੀ ਬ੍ਰਹਮਾਓ, ਉਹਦੀ ਖਾਤਰ ਇਹ ਬਾਣੀ ਹੈ ਭਾਈ। ਇਹਨੂੰ ਆਪਾਂ ਵਿਚਾਰਨਾ ਵਾ। ਸੱਤ ਸੁਹਾਣ, ਫੇਰ ਸੱਤ ਨਾਲ ਅਸੀਂ ਜੁੜ ਜਾਂਦੇ ਹਾਂ। ਸੱਚ ਨਾਲ ਜੁੜਨ ਤੋਂ ਬਾਅਦ ਸਾਡੇ ਅੰਦਰ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ, ਝੂਠ ਦੀ ਸਮਾਪਤੀ ਹੋ ਜਾਂਦੀ ਹੈ। ਸਦਾ ਮਨ ਚਾਓ, ਸੱਤ ਸੁਹਾਣ ਸਦਾ ਮਨ ਚਾਓ। ਸਦੀਵੀ ਮਨ ਬੁੱਧੀ ਆਪਦੇ ਘਰ ਪਹੁੰਚ ਜਾਂਦੇ ਆ, ਸਦੀਵੀ ਜੀਵਨ ਇਹਨਾਂ ਨੂੰ ਮਿਲ ਜਾਂਦਾ ਹੈ। ਫਿਰ ਉੱਥੇ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹ ਹੁਕਮ, ਉਹ 'ਚ ਲੈ ਹੋ ਜਾਣਾ। ਤੀਆ ਪਦਾਰਥ, ਚੌਥਾ ਜਨਮ, ਸੱਚਖੰਡ ਦੇ ਵਾਸੀ ਬਣ ਜਾਂਦੇ ਹਾਂ ਅਸੀਂ, ਜੇ ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ। ਅੱਗੇ ਸਤਿਗੁਰ ਸਮਝਾਉਂਦੇ ਆ ਸੰਸਾਰ ਦੇ ਗ੍ਰੰਥਾਂ ਬਾਰੇ, ਕਵਣ ਸੂ ਵੇਲਾ ਵਕਤ ਕਵਣ, ਕਵਣ ਤਿਥਵਾਰ, ਕਵਣ ਸੀ ਰੁੱਤੀ ਮਾਂ, ਕਵਣ ਜਿੱਤ ਹੋ ਆਕਾਰ। ਕਿਹੜਾ ਵੇਲਾ ਸੀ, ਕੀ ਵਕਤ ਸੀ, ਕਿਹੜੀ ਤਿੱਥ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ ਜਦੋਂ ਇਹ ਸ੍ਰਿਸ਼ਟੀ ਪਈ ਹੈ, ਕੋਈ ਨਹੀਂ ਜਾਣਦਾ। ਜੋ ਸ੍ਰਿਸ਼ਟੀ ਪੈਦਾ ਕੀਤੀ ਹੈ ਕੁਦਰਤ ਨੇ, ਕੋਈ ਨਹੀਂ ਜਾਣਦਾ। ਪਰ ਝੂਠ ਬਹੁਤ ਬੋਲਿਆ ਗਿਆ। ਪਿਤਾ ਕਾ ਜਨਮ ਕਿਆ ਜਾਣੇ ਪੂਤ, ਸਗਲ ਪਰੋਈ ਜਿਨ ਆਪਣੇ ਸੂ। ਸਾਰੀ ਤਾਂ ਉਹਨੇ ਸੂਤ 'ਚ ਪਰੋ ਕੇ ਰੱਖੀ ਹੈ, ਗਿਆਨ 'ਚ ਪਾਈ। ਸਾਡਾ ਤਾਂ ਜਨਮ ਹੋਇਆ, ਸਾਡਾ ਪਿਓ ਦਾ ਜਨਮ ਸਾਨੂੰ ਪਤਾ ਨਹੀਂ, ਪਰ ਅਸੀਂ ਤਾਂ ਪਿਓ ਦਾ ਜਨਮ ਜਾਣਨਾ। ਕੌਣ ਹੈ ਸਾਡਾ ਪਿਓ, ਕੀ ਤੋਂ ਲੱਗ ਹੋਈ ਹੈ ਆਤਮਾ। ਪਿਤਾ ਕਾ ਜਨਮ ਕਿਆ ਜਾਣੇ ਪੂਤ, ਉਹ ਪਿਤਾ ਹੈ। ਹਰ ਮੇਰਾ ਪਿਤਾ, ਹਰ ਮੇਰਾ ਮਾਤਾ। ਪਰ ਸੰਸਾਰ ਬਾਰੇ ਬਹੁਤ ਝੂਠ ਬੋਲੇਗਾ। ਧਰਤੀ ਬੋਲ 'ਤੇ ਖੜੀ, ਪਿੱਛੇ ਵੀ ਸਮਝਾਇਆ ਸਤਿਗੁਰਾਂ ਨੇ, ਕੋਈ ਨਹੀਂ ਜਾਣਦਾ। ਜਿੱਤੋ ਆਕਾਰ ਵੇਲ ਨਾ ਪਾਈਏ, ਪਾਈਆਂ ਪੰਡਤੀ ਜੇ ਹੋਵੇ ਲੇਖ ਪ੍ਰਾਣ। ਉਹਨਾਂ ਦੇ ਗ੍ਰੰਥਾਂ ਤੋਂ ਵੀ ਇਹੀ ਪਤਾ ਲੱਗਦਾ, ਕਿਸੇ ਨੂੰ ਕੁਛ ਨਹੀਂ ਪਤਾ ਲੱਗਿਆ। ਵਕਤ ਨਾ ਪਾਇਆ ਕਾਦੀਆਂ ਜੇ ਲਿਖਣ ਲੇਖ ਕਰਾਣ। ਇਸਲਾਮ ਵੀ ਨਹੀਂ ਜਾਣਦਾ। ਉਹਨਾਂ ਨੇ ਵੀ ਕਹਿਤਾ ਕਬਰਾਂ ਦੇ ਵਿੱਚ ਆਤਮਾ ਜਿਉਂਦੀਆਂ ਪਈਆਂ ਨੇ। ਉਹ ਦੂਜੀ ਕਬਰ ਹੈ ਭਾਈ, ਸੱਜਣ ਮੇਲੇ ਰੰਗਲੇ ਜਾਏ ਸੁੱਤੇ ਜਿਰਾਣ। ਉਹ ਹਿਰਦੀ ਰੂਪ ਆਤਮਾ ਦੀ ਕਬਰ ਦੂਜੀ ਆ, ਅਸੀਂ ਇਹਦੇ ਨਾਲ ਜੁੜੀ ਬੈਠੇ ਹਾਂ। ਇਹ ਤਾਂ ਸਾਰਿਆਂ ਦੀ ਹੈ ਭਾਈ, ਇੱਥੇ ਤਾਂ ਸਾਰੇ ਹੀ ਜਾਂਦੇ ਨੇ। ਸ਼ਰਾਬੀ, ਚੋਰ, ਠੱਗੀਆਂ ਲਾਉਣ ਵਾਲਾ, ਰਾਖਸ਼, ਦੇਵਤਾ, ਸਾਰੇ ਹੀ ਉਹ ਸਰੀਰ ਕਰਕੇ ਉਹ ਮੜੀਆਂ 'ਚ ਜਾਂਦੇ ਨੇ। ਉਹ ਮੜੀ ਦੀ ਗੱਲ ਨਹੀਂ ਹੈਗੀ ਭਾਈ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ। ਉਹ ਜਿਰਾਣ ਕਬਰਾਂ ਆਤਮਾ ਦੀ। ਉਹ ਕੀ ਹੈ, ਹਰਿਦੁਆਰ, ਇਹਦਾ ਮੂਲ ਹਰ 'ਚ ਲੈ ਹੋ ਜਾਣਾ। ਉਹ ਅੱਕ ਵਿੱਚ, ਉਹ ਸੁਨਾ, ਜਦ ਤੱਕ ਸਾਨੂੰ ਉਹ ਮਿਲਦੀ ਨਹੀਂ, ਜਦ ਤੱਕ ਸਾਡੇ 'ਤੇ ਕਾਲ ਦਾ ਪਹਿਰਾ ਰਹਿੰਦਾ ਹੈ। ਉਹ ਤੋਂ ਬਚਣਾ ਆਪਾਂ। ਉਹ ਤੋਂ ਤਾਂ ਬਚਾਂਗੇ ਜੇ ਆਪਾਂ ਇਹਨੂੰ ਵਿਚਾਰਾਂਗੇ। ਇਹ ਅਵਸਥਾ ਨੇ ਬਦਲਦੀਆਂ ਚਲੀਆਂ ਜਾਣਗੀਆਂ ਅਤੇ ਕਿੱਥੇ ਚਲੇ ਜਾਵਾਂਗੇ ਆਪਾਂ, ਦੇਵਲੋਕ ਪਹੁੰਚ ਜਾਵਾਂਗੇ ਧਿਆਨ ਕਰਕੇ। ਜਿੱਥੋਂ ਆਏ ਹਾਂ ਵਾਪਸੀ ਉਵੇਂ ਹੀ ਹੈ। ਤਿੱਥ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ। ਸੋ ਇੱਥੇ ਤੱਕ ਆਪਾਂ ਲੈ ਲੈਂਦੇ ਹਾਂ। ਦੂਆ ਜਿਹੜੀ ਵਿਚਾਰ ਰਹਿੰਦੀ ਹੈ, ਦੂਜੀ ਪੌੜੀ ਦੋ ਭਾਗਾਂ 'ਚ ਲੈ ਲਾਂਗੇ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਇਹ ਤਾਂ ਸ੍ਰਿਸ਼ਟੀ ਜਿਹਨੇ ਸਾਜੀ ਹੈ ਭਾਈ, ਉਹੀ ਜਾਣਦਾ। ਆਪਾਂ ਇੱਕ ਵਾਰੀ ਫਿਰ ਲੈ ਲਈਏ। ਤੀਰਥ ਤਪ ਜਲਤ ਦਾਨ, ਜੇ ਕੋ ਪਾਵੇ ਤਿਲਕਾ ਮਨ। ਕੀ ਮਿਲੂਗਾ ਭਾਈ ਤੈਨੂੰ, ਹੰਕਾਰ ਤਾਂ ਮਿਲ ਸਕਦਾ ਵਾ। ਮਨ ਨੂੰ ਹੰਕਾਰ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਾਲੋ। ਜਿਹੜੇ ਸੁਣਦੇ ਨੇ, ਬਾਣੀ ਨੂੰ ਵਿਚਾਰਦੇ ਨੇ, ਹੁਕਮ ਦੇ ਧਾਰਨੀ ਹੋ ਜਾਂਦੇ। ਜਿਹਨਾਂ ਦਾ ਮਨ ਭਾਣੇ 'ਚ ਆ ਜਾਂਦਾ, ਉਹ ਮੰਨ ਜਾਂਦਾ ਹੈ। ਉਹ ਆਪਾਂ ਚਾਰ ਪੌੜੀਆਂ ਪਿੱਛੇ ਵਿਚਾਰੀਆਂ, ਪਹਿਲਾਂ ਸੁਣੀਏ ਦੀਆਂ, ਫਿਰ ਮੰਨੀਏ ਦੀਆਂ, ਫਿਰ ਤੀਜੇ ਜਾ ਕੇ ਪਾਵੇ ਮੁੱਖ ਦੁਆਰ, ਪ੍ਰਾਪਤੀ ਹੁੰਦੀ ਹੈ। ਇੱਥੇ ਸਤਿਗੁਰਾਂ ਨੇ ਉਹੀ ਸਮਝਾਇਆ। ਚਾਰ ਅਵਸਥਾ ਨੇ, ਚਾਰ ਮੁਕਤੀਆਂ ਕਹਿ ਲਈਏ, ਆਪਾਂ ਪ੍ਰਾਪਤੀ ਕਰਨੀ ਆ। ਅੰਤਰਗਤ ਤੀਰਥ ਮਲ, ਉਹ ਤੀਰਥ ਆਤਮਾ ਦਾ ਨਹਾਉਣਾ ਹੈ ਭਾਈ। ਤੀਰਥ ਨਹਾਵਣ ਜਾਈਏ, ਤੀਰਥ ਨਾਮ ਹੈ। ਜਿਹੜੇ ਉਹ ਦੇਵਲੋਕ ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਸਭ ਗੁਣ ਤੇਰੇ ਮੈਂ ਨਾਹੀਂ ਕੋਈ, ਬਿਨ ਗੁਣ ਕੀਤੇ ਭਗਤੀ ਨਾ ਹੋਈ। ਉਹ ਐ ਸਮਝਾਉਂਦੇ ਨੇ ਭਾਈ ਵੀ ਗੁਣ ਤਾਂ ਸਾਰੇ ਉਹਦੇ ਨੇ, ਸਾਡੇ ਸਰੀਰ ਕਰਕੇ
ਜਿਹੜੇ ਗੁਣ ਹੁੰਦੇ ਨੇ ਉਹ ਮਾਇਆ ਦੇ, ਉਹ ਵੀ ਉਹਦੀ ਕਿਰਪਾ ਹੁੰਦੀ ਹੈ। ਜਿਹੜੇ ਉੱਚੇ ਰੁਤਬੇ ਸਾਨੂੰ ਮਿਲਦੇ ਆ ਉਹ ਵੀ ਉਹਦੀ ਕਿਰਪਾ ਹੀ ਹੈ। ਸਵਸਤ ਆਥ ਬਾਣੀ ਬਰਮਾਊ, ਉਸ ਅਵਸਥਾ 'ਚ ਜਾ ਕੇ ਸੋ ਅਸਤ ਹੋ ਜਾਂਦਾ ਹੈ ਮਨ, ਮਨ ਦੀ ਹੋਂਦ ਖਤਮ ਹੋ ਜਾਂਦੀ ਹੈ। ਤਜ ਆਪ ਮਿਟੇ ਸੰਤਾਪ ਆਪ ਨਾ ਜਣਾਈਏ, ਆਪਾ ਤਿਆਗ ਦਿੰਦਾ ਹੈ, ਮਨ ਬੁੱਧੀ ਆਪਾ ਤਿਆਗ ਦਿੰਦੇ ਨੇ, ਅਸਤ ਹੋ ਜਾਂਦੇ ਨੇ ਮਨ ਬੁੱਧੀ, ਆਪਦੇ ਹਰਦੁਆਰ ਫੁੱਲ ਆਪ ਹੀ ਪਾ ਲੈਂਦੇ ਨੇ। ਆਪੇ ਜਪੋ ਆਪਣਾ ਜਾਪ ਤੋਂ ਵੀ ਇਹੀ ਭਾਵ ਹੈ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਸਤ ਨਾਲ ਜੁੜ ਕੇ ਮਨ ਆਪਦੇ ਘਰ ਪਹੁੰਚ ਕੇ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ, ਚਾਓ ਬਣਿਆ ਰਹਿੰਦਾ ਹੈ, ਕੁਦਰਤ ਦਾ ਜਸ ਕਰਦਾ ਹੈ। ਉਸ ਅਵਸਥਾ ਵਾਲਿਆਂ ਨੂੰ ਪਤਾ ਲੱਗਦਾ ਹੈ ਕਵਣ ਸੁਵੇਲਾ ਵਕਤ ਕਵਣ, ਕਵਣ ਤਿਥਵਾਰ, ਕਵਣ ਸਿਰੁੱਤੀ ਮਹਾ ਜਿਤੁ ਆਕਾਰ। ਕਦੋਂ ਬਣਾਈ ਕੁਦਰਤ ਨੇ ਉਹ ਸਾਰਾ ਆਪਾਂ ਨੂੰ ਗੁਰੂ ਪਾਕ ਸਾਹਿਬਾਨਾਂ ਨੇ ਸਮਝਾਇਆ। ਇਕੱਲੀ ਇਕੱਲੀ ਅਵਸਥਾ ਦੇ ਨਾਂ ਨੇ, ਆਪਾਂ ਵੀ ਸਮਝਣਾ ਭਾਈ। ਕਵਣ ਸਿਰੁੱਤੀ ਮਾਂ ਕਵਣ ਜਿੱਤ ਹੋ ਆਕਾਰ, ਬੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਕਿਸੇ ਨੇ ਕੁਛ ਨਹੀਂ ਜਾਣਿਆ, ਝੂਠ ਬਹੁਤ ਬੋਲਿਆ ਗਿਆ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕਰਾਣ, ਤਿੱਥ ਵਾਰ ਨਾ ਜੋਗੀ ਜਾਣੇ। ਜੋਗੀ ਵੀ ਨਹੀਂ ਜਾਣਦੇ, ਸਮਾਧੀਆਂ ਲਾਉਂਦੇ ਰਹੇ, ਉਹ 'ਚੋਂ ਗਿਆਨ ਤਾਂ ਪੈਦਾ ਨਹੀਂ ਹੋਇਆ, ਹੰਕਾਰ ਜ਼ਰੂਰ ਪੈਦਾ ਹੋ ਗਿਆ। ਜੋਗੀ ਜਾਣੇ ਰੁੱਤ ਮਹਾਨਾ ਕੋਈ, ਕਦੋਂ ਮਹੀਨਾ ਕਿਹੜਾ ਸੀ ਕਿਹੜਾ ਸਮਾਂ ਸੀ, ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੇ ਸੋਈ। ਸੱਚ ਜਾਣਦਾ ਹੈ ਭਾਈ, ਆਦ ਸੱਚ ਉਹੀ ਤਾਂ ਜਾਣਦਾ ਹੈ, ਹੁਕਮ ਜਿਹਨੇ ਸਾਜੀ ਆ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ, ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰੀਏ, ਆਪਦੇ ਘਰ ਪਹੁੰਚੀਏ ਸਰੀਰ 'ਚ ਰਹਿੰਦੇ ਰਹਿੰਦੇ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਇਹ ਅੱਧੀ ਪੌੜੀ ਰਹਿ ਗਈ, ਆਪਾਂ ਦੂਏ ਭਾਗ 'ਚ ਆਪਾਂ ਇਹਨੂੰ ਲਵਾਂਗੇ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।